ਅਸੀਂ ਇੱਕ ਮੂਵੀ ਬਣਾਈ ਦੇਵਦਾਸ ਕਾਮੇਡੀ ਮੂਵੀ, ਔਰ ਉਹ ਵੀ ਜਦੋਂ ਅਸੀਂ ਰਿਲੀਜ਼ ਕੀਤੀ ਤੇ ਸਾਨੂੰ ਇੰਡੀਆ ਤੋਂ ਆਰਡਰ ਆਏ ਕਿ ਜੀ ਸਾਨੂੰ ਉਹ ਚਾਹੀਦੀ ਹੈ। ਅੱਛਾ। ਔਰ ਸ਼ਾਹਰੁਖ ਖਾਨ ਨੇ ਖੁਦ ਰਿਕਵੈਸਟ ਕੀਤੀ ਕਿ ਜੀ ਮੈਨੂੰ ਉਹਦਾ ਭੇਜੋ, ਮੈਂ ਦੇਖਣਾ ਚਾਹੁੰਦਾ। ਮੈਂ ਸੁਣਿਆ, ਮੈਂ ਉਹਦੀ ਬੜੀ ਤਾਰੀਫ ਸੁਣੀ। ਅਸੀਂ ਇਹ ਕੰਮ ਸ਼ੁਰੂ ਕੀਤਾ ਸੀ 97 ਚ। ਸਭ ਤੋਂ ਪਹਿਲੇ ਅਸੀਂ VHS ਤੇ ਰਿਲੀਜ਼ ਕਰਨੇ ਸਾਂ ਫਿਲਮਾਂ, ਸਟੇਜ ਪਲੇ ਔਰ ਗਾਣੇ। ਅਸੀਂ ਬਣਾਈ ਟਾਈਮ CD। ਤੁਸੀਂ ਸੁਣਿਆ ਹੋਏਗਾ ਕਿ ਟਾਈਮ CD ਪੂਰੇ ਪਾਕਿਸਤਾਨ 'ਚ ਮਸ਼ਹੂਰ ਸੀ, ਬਲਕਿ ਪਾਕਿਸਤਾਨ ਤੋਂ ਬਾਹਰ ਵੀ। ਫਿਲਮਾਂ 'ਚੋਂ ਜੀ ਮਜਾਜਨ, ਚੂੜੀਆਂ ਔਰ ਡਰਾਮਿਆਂ 'ਚ ਜਾਨੋ ਕੋ ਪੱਤੀ, ਇਹ ਯਾਨੀ ਟੌਪ ਦੇ ਡਰਾਮੇ ਸਨ। ਪਾਕਿਸਤਾਨ 'ਚ ਕਾਪੀਰਾਈਟਸ ਦਾ ਕਾਨੂੰਨ ਕੋਈ ਨਹੀਂ ਸੀ। ਅਸੀਂ ਉਹ ਰਿਲੀਜ਼ ਤੇ ਕਰਨਾ ਸਾਂ, ਲੇਕਿਨ 3-4 ਦਿਨ ਦੇ ਬਾਅਦ ਉਹਦੀਆਂ ਕਾਪੀਆਂ ਬਣਨੀਆਂ ਸ਼ੁਰੂ ਹੋ ਜਾਂਦੀਆਂ ਸਨ। ਹੁਣ ਅਸੀਂ ਲਾਹੌਰ 'ਚ ਤਾਂ ਰੋਕ ਸਕਦੇ ਸਾਂ, ਲੇਕਿਨ ਪੂਰੇ ਪਾਕਿਸਤਾਨ 'ਚ ਨਹੀਂ ਅਸੀਂ ਉਹਨੂੰ ਰੋਕ ਸਕਦੇ ਸਾਂ। बिस्मिल्लाहिर्रहमानिर्रहीम। मैं अमेरिका तो शहजाद बाजवा। ਅੱਜ ਮੈਂ ਇੱਥੇ ਮੌਜੂਦ ਹਾਂ ਜੀ ਅਮਰੀਕਾ ਦੇ ਸ਼ਹਿਰ, ਅਮਰੀਕੀ ਰਿਆਸਤ ਨਿਊ ਜਰਸੀ। ਲੋ ਜੀ, ਅੱਜ ਦੇ ਵੀਲਾਗ ਦੇ ਵਿੱਚ ਅਸੀਂ ਗੱਲਬਾਤ ਉਹ ਕਾਰੋਬਾਰ ਦੀ ਕਰਾਂਗੇ ਜਿਹੜਾ ਅੱਜ ਤੋਂ 35-36 ਸਾਲ ਪਿੱਛੇ ਅਗਰ ਜਾ ਕੇ ਅਸੀਂ ਦੇਖੀਏ ਤੇ ਉਹ ਕਰੋੜਾਂ ਡਾਲਰ ਦੀ ਜਾਂ ਕਰੋੜਾਂ ਰੁਪਈਆਂ ਦੀ ਜਨਾਬ ਵੀ ਸਨਅਤ ਅਗਰ ਕਿਹਾ ਜਾਏ ਤੇ ਉਹ ਜਿਹੜਾ ਹੈ ਨਾ ਜੀ ਉਹ ਵੀ ਘੱਟ ਹੈ। ਇਹ ਉਹ ਕਾਰੋਬਾਰ ਸੀ ਕਿ ਜਿਹੜਾ ਪਾਕਿਸਤਾਨ ਦੇ ਗਲੀ ਮਹੱਲੇ, ਸ਼ਹਿਰ ਦੇ ਉੱਤੋਂ ਸ਼ੁਰੂ ਹੋ ਕੇ ਜਿਹੜਾ ਹੈ ਨਾ ਜੀ ਪੂਰੇ ਪਾਕਿਸਤਾਨ ਦੇ ਵਿੱਚ ਕੀ ਪੂਰੀ ਦੁਨੀਆ ਦੇ ਵਿੱਚ ਜਿਹੜਾ ਹੈ ਨਾ ਜੀ ਉਹ ਫੈਲ ਗਿਆ ਸੀ। ਮੇਰੇ ਨਾਲ ਜਿਹੜਾ ਹੈ ਨਾ ਇਸ ਵੇਲੇ ਉਹ ਬੜੀ ਮਸ਼ਹੂਰ ਮਾਰੂਫ ਸ਼ਖਸੀਅਤ ਜਨਾਬ ਮੌਜੂਦ ਹੈ ਕਿ ਜਿਨ੍ਹਾਂ ਨੇ ਇਸ CD ਤੇ DVD ਦੇ ਕਾਰੋਬਾਰ ਨੂੰ ਔਰ ਇਹਦੇ ਉੱਤੋਂ ਜਿਹੜੀਆਂ ਫਿਲਮਾਂ ਰਿਲੀਜ਼ ਹੁੰਦੀਆਂ ਸਨ ਉਹ CD ਦੇ ਜ਼ਰੀਏ, DVD ਦੇ ਜ਼ਰੀਏ ਔਰ ਉਹਦੇ ਨਾਲ ਫਿਲਮਾਂ ਦੇ ਨਾਲ ਡਰਾਮੇ ਰਿਲੀਜ਼ ਕਰਨੇ, ਮੌਸੀਕੀ ਦੇ ਪ੍ਰੋਗਰਾਮ ਜਿਹੜੇ ਨੇ ਬੜੇ ਰਿਲੀਜ਼ ਕਰਨੇ। ਤੇ ਅੱਜ ਉਹ ਸ਼ਖਸੀਅਤ ਜਿਹੜੀ ਹੈ ਨਾ ਜੀ ਮੇਰੇ ਨਾਲ ਮੌਜੂਦ ਹੈ। अस्सलाम वालेकुम जी, मेरा नाम है आफ्ताब इकबाल और मैं लाहौर तो बिलोंग करना। ਅਸੀਂ ਇਹ ਕੰਮ ਸ਼ੁਰੂ ਕੀਤਾ ਸੀ 97 ਚ, ਔਰ ਸਭ ਤੋਂ ਪਹਿਲੇ ਅਸੀਂ VHS ਤੇ ਰਿਲੀਜ਼ ਕਰਨੇ ਸਾਂ ਫਿਲਮਾਂ, ਸਟੇਜ ਪਲੇ ਔਰ ਗਾਣੇ। ਫਿਰ ਇਹ ਦੌਰ ਆ ਗਿਆ CD ਦਾ। ਫਿਰ ਜਦੋਂ CD ਦਾ ਦੌਰ ਆਇਆ ਤੇ ਅਸੀਂ ਬਣਾਈ ਟਾਈਮ CD। ਤੁਸੀਂ ਸੁਣਿਆ ਹੋਏਗਾ ਕਿ ਟਾਈਮ CD ਪੂਰੇ ਪਾਕਿਸਤਾਨ 'ਚ ਮਸ਼ਹੂਰ ਸੀ, ਬਲਕਿ ਪਾਕਿਸਤਾਨ ਤੋਂ ਬਾਹਰ ਵੀ। ਉਹਦੇ 'ਚ ਵੀ ਅਸੀਂ ਇਹ ਸਾਰੇ ਪਲੇਸ ਕਰਦੇ ਰਹੇ। ਉਸ ਤੋਂ ਬਾਅਦ ਅਸੀਂ ਉੱਥੇ ਵੋਲੀਅਮ ਬਣਾਏ। ਜਿਹੜਾ ਪਹਿਲਾ ਵੋਲੀਅਮ ਅਸੀਂ ਬਣਾਇਆ ਨਾ ਜੀ ਟਾਈਮ CD ਤੇ, ਉਹ ਵੈਲਕਮ ਨਰਗਸ 1 ਸੀ, ਜਿਹਨੇ ਕਿ ਰਿਕਾਰਡ ਤੋੜ ਬਿਜ਼ਨਸ ਕੀਤਾ ਸੀ। ਅੱਜ ਤੱਕ ਹਿਸਟਰੀ 'ਚ ਇੰਨਾ ਬਿਜ਼ਨਸ ਕਦੀ ਕਿਸੇ ਨੇ ਨਹੀਂ ਕੀਤਾ ਹੋਣਾ। ਉਹ ਅਸੀਂ ਈਦ ਤੇ ਰਿਲੀਜ਼ ਕੀਤਾ ਸੀ ਤੇ ਟਰੂ ਔਰ 4 ਦਿਨ ਪੂਰੀ ਹਾਰ ਰੋਡ ਖੁੱਲੀ ਸੀ ਉਹਦੇ ਵਾਸਤੇ। ਵਾਹ, ਮਤਲਬ ਉਹ CD ਫਿਲਮ ਰਿਲੀਜ਼ ਕੀਤੀ ਤੁਸੀਂ ਕੋਈ? ਕਿਉਂਕਿ ਨਰਗਸ ਕਾਫੀ ਅਰਸੇ ਦੇ ਬਾਅਦ ਵਾਪਸ ਅਸੀਂ ਉਹਨੂੰ ਲੈ ਕੇ ਆਏ ਸਾਂ। ਅਸੀਂ ਉਹ ਗਾਣੇ ਰੀਮਿਕਸ ਕਰਾਏ, ਪੁਰਾਣੇ ਗਾਣੇ, ਔਰ ਉਹ ਅਸੀਂ ਨੂਰਾ ਲਾਲ ਕੋ ਗਵਾਏ। ਔਰ ਉਹ ਇੰਨਾ ਚੱਲਿਆ, ਤੁਸੀਂ ਸੁਣਿਆ ਹੈਗਾ ਰਾਤਾਂ ਆ ਗਈਆਂ ਚਾਨਣੀਆਂ, ਆਂਦਾ ਤੇਰੇ ਲਈ ਰੇਸ਼ਮੀ ਰੁਮਾਲ। ਜੀ। ਔਰ ਉਹ ਰਿਕਾਰਡ ਤੋੜ ਸੀ ਜੀ। ਉਸ ਤੋਂ ਬਾਅਦ ਅਸੀਂ ਸਟੇਜ ਪਲੇ ਕੀਤੇ, ਬੇਸ਼ੁਮਾਰ ਕੀਤੇ ਨੇ। ਸਾਰੇ CD ਤੇ DVD ਦੇ ਸਾਰੇ CD ਇਹ ਜੋ ਡਰਾਮੇ ਹੁੰਦੇ ਸਨ, ਜੋ ਫਿਲਮਾਂ ਹੁੰਦੀਆਂ ਸੀ, ਚਾਹੇ ਇੰਡੀਆ ਦੀਆਂ ਚਾਹੇ ਪਾਕਿਸਤਾਨ ਦੀਆਂ, ਉਹ ਤੁਹਾਡੇ ਅਦਾਰੇ ਤੋਂ ਰਿਲੀਜ਼ ਹੁੰਦੇ ਸੀ। ਮੈਂ ਉਹ ਵੀ ਤੁਹਾਨੂੰ ਦੱਸਣਾ ਜੀ, ਇਹ ਤੇ ਮੈਂ ਪਾਕਿਸਤਾਨ ਦੀ ਗੱਲ ਕਰ ਰਿਹਾ। ਇਹ ਜਿਹੜੀ ਇੰਡੀਅਨ ਮੂਵੀ ਆਉਂਦੀ ਸੀ ਨਾ ਜੀ, ਉਹ 2 ਬੰਦੇ ਰਾਈਟਸ ਲੈਂਦੇ ਸਨ ਦੁਬਈ 'ਚ, ਇੱਕ ਅਲ ਮਨਸੂਰ ਔਰ ਇੱਕ ਕਿੰਗ।
ਉਹ ਦੋਵੇਂ ਰਾਈਟ ਸਾਡੇ ਕੋਲ ਸਨ। ਜਿਹੜੀ ਇੰਡੀਅਨ ਮੂਵੀ ਆਂਦੀ ਸੀ ਉਹ ਬਾਈ 에ਅਰ ਉਹਦਾ ਪ੍ਰਿੰਟ ਆਂਦਾ ਸੀ ਸਾਡੇ ਕੋਲ, ਉਹ ਅਸੀਂ ਕਲੈਕਟ ਕਰਕੇ ਸ਼ੁਰੂ 'ਚ ਅਸੀਂ VHS ਤੇ ਕੱਢਦੇ ਰਹੇ, ਉਸ ਤੋਂ ਬਾਅਦ CD ਦਾ ਦੌਰ ਆਇਆ ਤੇ CD ਤੇ ਰਿਲੀਜ਼ ਕਰਦੇ ਰਹੇ, ਫਿਰ DVD ਆਈ ਤੇ DVD ਤੇ ਰਿਲੀਜ਼ ਕਰਦੇ ਰਹੇ। ਔਰ ਉਹ ਜਦੋਂ ਫਿਲਮ ਰਿਲੀਜ਼ ਹੁੰਦੀ ਸੀ ਤੇ ਕਮ ਅਜ਼ ਕਮ ਨਹੀਂ ਕਿ 3-3 4-4 ਹਜ਼ਾਰ ਬੰਦਾ ਲਾਈਨ 'ਚ ਲੱਗਾ ਹੁੰਦਾ ਸੀ ਹਾਲ ਰੋਡ ਦੇ ਹਾਂ ਰੋਡ ਦੇ ਉੱਤੇ। ਜਿੱਥੇ ਤੁਹਾਡੀ ਦੁਕਾਨ ਵੀ ਹਾਲ ਹਾਂ ਰੋਡ ਦੇ ਹਾਂ ਉੱਤੇ ਰੋਡ ਸੀ। ਤੇ ਹਾਂਜੀ। ਇੱਕ ਤੁਹਾਡੀ CD ਮਤਲਬ ਐਸੀ ਟਾਈਮ CD ਇੱਕ ਸੀ, ਵੀਡੀਓ ਆਈ ਵੀ ਸੀ। ਸਟਾਰਟ ਵੀਡੀਓ ਤੋਂ ਆਇਆ, ਉਸ ਤੋਂ Video ਬਾਅਦ ਆਈ। ਟਾਈਮ CD ਬਣੀ, ਟਾਈਮ CD ਤੋਂ ਬਾਅਦ ਟਾਈਮ ਗੋਲਡ ਬਣੀ, ਟਾਈਮ ਗੋਲਡ ਤੋਂ ਬਾਅਦ ਟਾਈਮ ਕਲਾਸਿਕ ਬਣੀ। ਮਾਸ਼ਾਅੱਲਾ ਜੀ ਮਾਸ਼ਾਅੱਲਾ। ਔਰ ਉਸ ਤੋਂ ਬਾਅਦ ਅਸੀਂ ਪਾਕਿਸਤਾਨੀ ਜਿਹੜੀਆਂ ਫਿਲਮਾਂ ਸਨ ਉਹਨਾਂ ਦੇ ਰਾਈਟਸ ਲੈਣੇ ਸ਼ੁਰੂ ਕੀਤੇ। ਅੱਛਾ। ਔਰ ਬੇਸ਼ੁਮਾਰ ਅਸੀਂ ਪਾਕਿਸਤਾਨੀ ਫਿਲਮਾਂ ਦੇ ਰਾਈਟਸ ਲੈ ਕੇ ਤੇ ਉਹਨਾਂ ਨੂੰ ਰਿਲੀਜ਼ ਕੀਤਾ। ਔਰ ਪੂਰਾ ਪੰਜਾਬ ਸਾਡੇ ਕੋਲ ਸੀ। ਔਰ ਚੂੰਕਿ ਇੰਡੀਅਨ ਜਿਹੜੀ ਮੂਵੀ ਆਂਦੀ ਸੀ ਨਾ ਉਹ ਕਰਾਚੀ 'ਚ ਅਲੱਗਾ ਕਰਦੇ ਸਨ, ਬਟ ਜਿਹੜੇ ਸਟੇਜ ਪਲੇ ਸਨ ਔਰ ਜਿਹੜੀ ਪਾਕਿਸਤਾਨੀ ਫਿਲਮਾਂ ਸਨ ਉਹ ਸਾਡੇ ਇਲਾਵਾ ਕੋਈ ਨਹੀਂ ਸੀ ਕਰਦਾ। ਅੱਛਾ। ਉਹ ਕਰਾਚੀ ਪੂਰਾ ਪਾਕਿਸਤਾਨ 'ਚ ਜਾਂਦੇ ਸੀ ਔਰ ਪਾਕਿਸਤਾਨ ਤੋਂ ਬਾਹਰ ਵੀ ਜਾਂਦੀਆਂ ਸਨ। ਫਿਰ ਉਸ ਤੋਂ ਬਾਅਦ ਅਸੀਂ ਆਡੀਓ ਰਿਲੀਜ਼ ਕਰਨੇ ਸਾਂ, ਗਾਣੇ ਰੀਮਿਕਸ ਕਰਕੇ। ਫਿਰ ਅਸੀਂ ਬੇਸ਼ੁਮਾਰ ਵਾਲੀਅਮ ਬਣਾਏ। ਫਿਲਮ ਸਟਾਰ ਦੀਦਾਰ ਤੇ ਬਣਾਇਆ, ਫਿਲਮ ਸਟਾਰ ਵੀਨਾ ਮਲਿਕ ਤੇ ਬਣਾਇਆ, ਉਹਦੇ ਤੇ ਆਪਣਾ ਨਿਦਾ ਚੌਧਰੀ ਤੇ ਬਣਾਇਆ, ਖੁਸ਼ਬੂ ਤੇ ਬਣਾਇਆ। ਯਾਨੀ ਕੋਈ ਐਸੀ ਚੀਜ਼ ਨਹੀਂ ਸੀ ਕਿ ਜਿਹੜੀ ਅਸੀਂ ਨਹੀਂ ਛੱਡੀ। ਔਰ ਉਸ ਤੋਂ ਬਾਅਦ ਅਸੀਂ ਇੱਕ ਮੂਵੀ ਬਣਾਈ ਦੇਵਦਾਸ, ਕਾਮੇਡੀ ਮੂਵੀ। ਔਰ ਉਹ ਵੀ ਜਦੋਂ ਅਸੀਂ ਰਿਲੀਜ਼ ਕੀਤੀ ਤੇ ਸਾਨੂੰ ਇੰਡੀਆ ਤੋਂ ਆਰਡਰ ਆਏ ਕਿ ਜੀ ਸਾਨੂੰ ਉਹ ਚਾਹੀਦੀ ਹੈ। ਅੱਛਾ। ਔਰ ਸ਼ਾਹਰੁਖ ਖਾਨ ਨੇ ਖੁਦ ਰਿਕਵੈਸਟ ਕੀਤੀ ਕਿ ਜੀ ਮੈਨੂੰ ਉਹਦਾ ਭੇਜੋ, ਮੈਂ ਦੇਖਣਾ ਚਾਹੁੰਦਾ। ਮੈਂ ਸੁਣਿਆ, ਮੈਂ ਉਹਦੀ ਬੜੀ ਤਾਰੀਫ ਸੁਣੀ। ਅਤੇ ਦਿਓਦਾਸ ਜਿਹੜੀ ਹੈ ਉਹਨਾਂ ਦੀ ਤੁਸੀਂ 2 ਨੰਬਰ ਬਣਾ ਦੋ ਨੰਬਰ ਹਾਂ, ਐਕਚੁਅਲੀ ਉਹ ਕਾਮੇਡੀ ਸੀ। ਕਾਮੇਡੀ ਸੀ। ਉਹ ਸਾਰੇ ਸਟੇਜ ਤੇ ਅਸੀਂ ਅਦਾਕਾਰ ਲੈ ਕੇ ਤੇ ਉਹ ਮੂਵੀ ਬਣਾਈ। ਮਤਲਬ ਖੁਦ ਪ੍ਰੋਡਿਊਸ ਖੁਦ ਹੀ ਪ੍ਰੋਡਿਊਸ ਖੁਦ ਹੀ ਉਹਨੂੰ ਰਿਲੀਜ਼ ਵੀ ਕੀਤਾ ਤੁਸੀਂ? ਖੁਦ ਹੀ ਅਸੀਂ ਕੀਤਾ। ਤੇ ਉਹ ਇੰਨਾ ਅੱਛਾ ਦੌਰ ਸੀ ਕਿ ਤੁਸੀਂ ਸੋਚ ਨਹੀਂ ਸਕਦੇ। ਲੇਕਿਨ ਆਹਿਸਤਾ ਆਹਿਸਤਾ ਕੀ ਹੋਇਆ ਕਿ ਮੇਰਾ ਮਤਲਬ ਵਕਤ ਦੇ ਨਾਲ ਇਹ ਚੇਂਜ ਹੋ ਗਿਆ। ਜੀ ਆਫਤਾਬ ਸਾਹਿਬ, ਹੁਣ ਤੁਸੀਂ ਇਹ ਦੱਸੋ ਕਿ ਜਿਹੜੀ ਤੁਸੀਂ ਫਿਲਮਾਂ ਜਿਹੜੀਆਂ ਨਾ ਉਹ CD ਦੇ ਉੱਤੇ ਤੇ DVD ਦੇ ਉੱਤੇ ਜਿਹੜੇ ਤੁਸੀਂ ਰਿਲੀਜ਼ ਕਰਦੇ ਸੋ, ਉਹਦਾ ਰਿਲੀਜ਼ ਕਰਨ ਦਾ ਤਰੀਕਾਕਾਰ ਕੀ ਹੁੰਦਾ ਸੀ ਉਸ ਜ਼ਮਾਨੇ ਦੇ ਵਿੱਚ? ਕਿ ਕਿਉਂਕਿ ਗੱਲ ਤੇ ਅਸੀਂ 35-36 ਸਾਲ ਪੁਰਾਣੀ ਕਰ ਰਹੇ ਹਾਂ, ਜਦੋਂ CD DVD ਦਾ ਤੇ ਬੜਾ ਅਰੂਜ ਸੀ। ਤੇ ਕਿਆ ਤੁਸੀਂ ਇਹਦੇ ਹਵਾਲੇ ਦੇ ਨਾਲ ਕੋਈ ਫਿਲਮ ਰਿਲੀਜ਼ ਕਰਨ ਦਾ ਤਰੀਕਾ ਤੁਹਾਨੂੰ ਪੁੱਛਿਆ ਤੇ ਇਹਦਾ ਪ੍ਰੋਡਿਊਸਰ ਦੇ ਨਾਲ ਜਾਂ ਡਿਸਟ੍ਰੀਬਿਊਸ਼ਨ ਦੇ ਨਾਲ ਜਿਹੜਾ ਤੁਸੀਂ ਮੁਆਇਦਾ ਕਰਦੇ ਸੋ ਤੇ ਕਿਵੇਂ ਹੁੰਦਾ ਸੀ ਮੁਆਇਦਾ? ਉਹ ਅਸੀਂ ਜਿਹੜੇ ਉਹਦੇ ਫਿਲਮ ਦਾ ਪ੍ਰੋਡਿਊਸਰ ਹੁੰਦਾ ਸੀ ਉਹਦੇ ਕੋਲ ਅਸੀਂ ਰਾਈਟਸ ਲੈਣੇ ਸਾਂ ਉਸ ਮੂਵੀ ਦੇ, ਕਿਉਂਕਿ ਬਗੈਰ ਰਾਈਟਸ ਦੇ ਤੇ ਅਸੀਂ ਰਿਲੀਜ਼ ਨਹੀਂ ਕਰ ਸਕਦੇ ਉਹਨੂੰ। ਉਹ ਜੋ ਸਾਡੇ ਉਹਦਾ ਤੈਅ ਹੁੰਦਾ ਸੀ ਅਮਾਊਂਟ, ਉਹ ਅਸੀਂ ਉਹਨੂੰ ਪੇ ਕਰਨੇ ਸਾਂ ਤੇ ਫਿਰ ਅਸੀਂ ਉਹ ਰਿਲੀਜ਼ ਕਰਨੇ ਸਾਂ। ਅਤੇ ਪਹਿਲੇ ਉਹਨੂੰ ਪੇ ਕਰਨਾ? ਪੇ ਐਡਵਾਂਸ 'ਚ ਅਸੀਂ ਉਹਨੂੰ ਕਰਨੇ ਸਾਂ ਤੇ ਫਿਰ ਰਿਲੀਜ਼ ਕਰਨੇ ਸਾਂ। ਤੇ ਉਹ ਐਟ ਏ ਟਾਈਮ ਪੂਰੇ ਪਾਕਿਸਤਾਨ ਦੇ ਵਿੱਚ ਤੁਹਾਡੀ ਹੁੰਦੀ ਸੀ? ਪੂਰੇ ਪਾਕਿਸਤਾਨ 'ਚ ਹੁੰਦੀ ਸੀ ਔਰ ਪਾਕਿਸਤਾਨ ਤੋਂ ਬਾਹਰ ਵੀ ਜਾਂਦੀ ਸੀ। ਅੱਛਾ, ਅਰਬ ਮਮਾਲਿਕ ਦੇ ਵਿੱਚ ਲਗਾ ਲਓ, ਸਾਊਦੀਆ ਹੋ ਗਿਆ, ਦੁਬਈ 'ਚ ਹੋ ਗਿਆ, ਸਾਰੇ ਡਰਾਮੇ ਸਾਰੇ ਜੋ ਕੁਝ ਹੈ ਜੀ ਸਭ ਜਾਂਦੇ ਸੀ। ਉਹਦੇ ਜਿੰਨੇ ਡਰਾਮੇ ਸਿਰਫ ਤੁਹਾਡੇ ਅਦਾਰੇ ਦੇ ਥਰੂ ਹੀ ਮਤਲਬ ਬਿਲਕੁਲ ਜਾਂਦੇ ਸਨ ਤੁਹਾਡੇ ਕੋਲ ਪੂਰੇ? ਕਿਉਂਕਿ ਡਰਾਮਿਆਂ ਦੇ ਵੀ ਅਸੀਂ ਰਾਈਟਸ ਲੈਣੇ ਸਾਂ ਜੀ। ਔਰ ਫਿਰ ਉਸ ਤੋਂ ਬਾਅਦ ਅਸੀਂ ਡਰਾਮੇ ਪ੍ਰੋਡਿਊਸ ਵੀ ਆਪ ਕੀਤੇ। ਅੱਛਾ, ਇਹ ਦੱਸੋ ਤੁਹਾਡੇ ਅਦਾਰੇ ਦੀ ਜਿਹੜੀ ਹੈ ਨਾ, ਬੜੇ ਬੜੇ ਤੁਸੀਂ ਫਿਲਮਾਂ ਰਿਲੀਜ਼ ਕੀਤੀਆਂ, ਡਰਾਮੇ ਕੀਤੇ, ਕਿਆ ਤੁਹਾਨੂੰ ਕੋਈ ਐਸਾ ਡਰਾਮਾ ਜਾਂ ਫਿਲਮ ਯਾਦ ਹੈ ਕਿ ਉਹ ਜਿਹਨੇ ਰਿਕਾਰਡ ਜਨਾਬ ਜਿਹੜਾ ਹੈ ਨਾ ਤੋੜ ਦਿੱਤੇ ਹੋਣ ਤੇ ਬੜੀ ਫਰੋਖਤ ਹੋਈ ਹੋਵੇ, ਲੋਕਾਂ ਦੀ ਬੜੀ ਪਸੰਦ ਹੋਈ? ਫਿਲਮਾਂ ਚੋਂ ਜੀ ਮਜਾਜਨ, ਚੂੜੀਆਂ ਔਰ ਡਰਾਮਿਆਂ 'ਚ ਜਾਨੋ ਕੋ ਪੱਤੀ, ਇਹ ਯਾਨੀ ਟੌਪ ਦੇ ਡਰਾਮੇ ਸਨ। ਤੇ ਬੇਸ਼ੁਮਾਰ ਡਰਾਮੇ ਨੇ ਜਿਨ੍ਹਾਂ ਦਾ ਬੰਦਾ ਨਾਂ ਲੈਣ ਲੱਗੇ ਤੇ ਪੂਰਾ ਮੇਰਾ ਮਤਲਬ ਖਤਮ ਹੋ ਜਾਂਦੀ ਗੱਲ। ਬੇਸ਼ੁਮਾਰ ਡਰਾਮੇ ਸੀ ਕੀਤੇ। ਅੱਛਾ, ਫਿਰ ਇਹ ਦੱਸੋ ਕਿ ਤੁਹਾਡੇ ਦੌਰ ਦੇ ਵਿੱਚ ਜਿਹੜਾ ਹੈ ਨਾ ਜੀ, ਇੱਕ ਤੇ ਇਹ ਮਸਲਾ ਸੀ ਕਿ ਉਸ ਜ਼ਮਾਨੇ ਦੇ ਵਿੱਚ ਜਿਹੜੇ ਤੁਸੀਂ ਰਿਲੀਜ਼ ਕਰਦੇ ਸੋ, ਲਾਜ਼ਮੀ ਗੱਲ ਹੈ ਤੁਹਾਡੇ ਕੋਲੋਂ ਰਾਈਟ ਹੁੰਦੇ ਸਨ ਤੇ ਓਰੀਜਨਲ ਤੁਸੀਂ ਰਿਲੀਜ਼ ਕਰਦੇ ਸੋ। ਫਿਰ ਉਸ ਜ਼ਮਾਨੇ ਦੇ ਵਿੱਚ ਨਾ ਕੋਈ ਇਹਦੀ ਮਤਲਬ ਕਾਪੀਆਂ ਵੀ ਬਣ ਜਾਂਦੀਆਂ ਹੁੰਦੀਆਂ ਸਨ, ਤੁਸੀਂ ਉਹ ਆਪਣੇ ਕਾਰੋਬਾਰ ਨੂੰ ਕਿਵੇਂ ਬਚਾਉਂਦੇ ਹੋ? ਇਹਦੇ ਤੇ ਸਵਾਲ ਇਸੇ ਵਜ੍ਹਾ ਤੋਂ ਆਇਆ ਕਿ ਕਿਉਂਕਿ ਪਾਕਿਸਤਾਨ 'ਚ ਕਾਪੀਰਾਈਟਸ ਦਾ ਕਾਨੂੰਨ ਕੋਈ ਨਹੀਂ ਸੀ। ਅਸੀਂ ਉਹ ਰਿਲੀਜ਼ ਤੇ ਕਰਨਾ ਸਾਂ, ਲੇਕਿਨ 3-4 ਦਿਨ ਦੇ ਬਾਅਦ ਉਹਦੀਆਂ ਕਾਪੀਆਂ
ਬਣਨੀਆਂ ਸ਼ੁਰੂ ਹੋ ਜਾਂਦੀਆਂ ਸਨ। ਹੁਣ ਅਸੀਂ ਲਾਹੌਰ 'ਚ ਤਾਂ ਰੋਕ ਸਕਦੇ ਸਾਂ, ਲੇਕਿਨ ਪੂਰੇ ਪਾਕਿਸਤਾਨ 'ਚ ਨਹੀਂ ਅਸੀਂ ਉਹਨੂੰ ਰੋਕ ਸਕਦੇ ਸਾਂ। ਇਸ ਲਈ ਉਹ ਕਾਪੀਆਂ ਬਣਨੀਆਂ ਸ਼ੁਰੂ ਹੋ ਗਈਆਂ। ਉਹਦੀ ਵਜ੍ਹਾ ਨਾਲ ਫਿਰ ਕੀ ਹੁੰਦਾ ਸੀ ਕਿ ਸਾਡੀ ਜੋ ਅਸੀਂ ਅਸਲ ਰਕਮ ਖਰਚ ਕੀਤੀ ਹੁੰਦੀ ਸੀ ਉਹ ਪੂਰੀ ਨਹੀਂ ਸੀ ਹੁੰਦੀ। ਮਤਲਬ ਇੱਕ ਤੇ ਇਹ ਕਾਪੀਰਾਈਟ ਵਾਲਾ ਮਸਲਾ ਸੀ, ਗਵਰਨਮੈਂਟ ਨੇ ਤੁਹਾਨੂੰ ਕੋਈ ਸਪੋਰਟ ਨਹੀਂ ਕੀਤਾ। ਅਗਰ ਉਹ ਗਵਰਨਮੈਂਟ ਸਪੋਰਟ ਕਰਦੀ ਤੇ ਕਾਪੀਰਾਈਟ ਦਾ ਕੋਈ ਕਾਨੂੰਨ ਬਣ ਜਾਂਦਾ ਤੇ ਅੱਜ ਇਹ ਸੂਰਤ ਹਾਲ ਨਾ ਹੁੰਦੀ, ਔਰ ਅੱਜ ਵੀ ਉਹ ਕਾਰੋਬਾਰ ਚੱਲਦਾ ਹੀ ਹੋਣਾ ਸੀ। ਬਿਲਕੁਲ ਚੱਲਦਾ ਹੋਣਾ ਸੀ ਜੀ। ਬਾਵਜੂਦ ਇਸ ਚੀਜ਼ ਦੇ ਕਿ ਜਦੋਂ ਹੁਣ ਫਿਰ ਇੰਟਰਨੈਟ ਦਾ, YouTube ਦਾ, ਟਿਕਟਾਕ ਦਾ ਵੀ ਅੱਜ ਕੱਲ ਦੌਰ ਜਿਹੜਾ ਹੈ ਵੇ, ਤੇ ਇਹ ਸਾਰੇ ਦੌਰ ਦੇ ਜਨਾਬ ਆਏ, ਕਿਆ ਇਹ ਵੀ ਵਜ੍ਹਾ ਇੱਕ ਹੈ ਵੇ ਕਿ ਤੁਹਾਡਾ CD DVD ਦਾ ਜਿਹੜਾ ਹੈ ਨਾ ਅੱਜ ਉਹ ਦੌਰ ਜਿਹੜਾ ਹੈ ਨਾ ਜੀ ਖਤਮ ਹੋ ਗਿਆ ਹੋਇਆ ਵੇ? ਬਿਲਕੁਲ ਇਹ ਮੇਨ ਰੀਜ਼ਨ ਸੀ ਜੀ। ਮੇਨ ਰੀਜ਼ਨ ਹਾਂ, ਜਦੋਂ ਇਹ ਮੋਬਾਈਲ 'ਚ ਸਾਰੀਆਂ ਚੀਜ਼ਾਂ ਆ ਗਈਆਂ ਨਾ ਜੀ ਤੇ ਫਿਰ ਇਹ ਆਮ ਬੰਦਾ ਨਾ DVD ਖਰੀਦਦਾ ਸੀ ਨਾ CD ਖਰੀਦਦਾ ਸੀ। ਮਤਲਬ ਉਹਦਾ ਐਕਸੈਸ ਸੀ ਕਿ ਜੀ ਮੋਬਾਈਲ ਫੜਿਆ ਤੇ ਹਰ ਚੀਜ਼ ਕਰ ਲਈ। ਤੇ ਚੂੰਕਿ ਕਾਪੀਰਾਈਟ ਤੇ ਹੁੰਦੇ ਨਹੀਂ, ਇਸ ਲਈ ਉੱਥੇ ਜੋ ਮਰਜ਼ੀ YouTube ਤੇ ਜੋ ਮਰਜ਼ੀ ਚਲਾ ਦਿਓ ਔਰ ਮੋਬਾਈਲ ਤੇ ਜੋ ਮਰਜ਼ੀ ਕਰ ਲਓ, ਮਤਲਬ ਬਗੈਰ ਪੈਸਿਆਂ ਸਿਰਫ ਇੰਟਰਨੈਟ ਤੁਹਾਡੇ ਕੋਲ ਹੋਣਾ ਚਾਹੀਦਾ ਹੈ। ਬਸ ਤੇ CD ਤੇ ਤੁਹਾਨੂੰ ਖਰੀਦਣੀ ਪੈਂਦੀ। ਔਰ ਹਾਲੇ ਵੀ ਕਈ ਚੀਜ਼ਾਂ ਐਸੀਆਂ ਨੇ ਕਿ ਜਿਹੜੀਆਂ ਸਟਿਲ, ਮੇਰਾ ਮਤਲਬ ਲੋਕੀ ਕਾਪੀਰਾਈਟ ਉਹਨਾਂ ਕੋਲ ਹੁੰਦੇ ਨੇ ਲੇਕਿਨ ਸਟਿਲ ਕੁਝ ਨਹੀਂ ਹੋ ਰਿਹਾ। ਅੱਛਾ, ਠੀਕ। ਅੱਛਾ, ਤੁਸੀਂ ਇਹ ਦੱਸੋ ਅੱਜ ਕੱਲ ਦਾ ਜਿਵੇਂ ਤੇਜ਼ ਰਫ਼ਤਾਰ ਤਰੀਨ ਡਿਜੀਟਲ ਦੌਰ ਹੈ, ਤੇ ਇਸ ਦੌਰ ਦੇ ਵਿੱਚ ਵੀ ਕਿਆ ਇਹ ਕਾਰੋਬਾਰ ਦੁਬਾਰਾ ਸ਼ੁਰੂ ਕਰਨ ਦਾ ਅਗਰ ਤੁਹਾਨੂੰ ਮੌਕਾ ਮਿਲੇ ਤੇ ਕਿਆ ਕਾਮਯਾਬ ਰਹਿ ਸਕਦਾ? ਜਿਵੇਂ ਹੁਣ ਫਿਲਮਾਂ ਵੀ ਦੁਬਾਰਾ ਸ਼ੁਰੂ ਹੋ ਬਹੁਤ ਜ਼ਿਆਦਾ ਕਾਮਯਾਬ ਰਹਿ ਸਕਦਾ। ਉਹਦੀ ਵਜ੍ਹਾ ਹੈ ਕਿ ਜੋ ਮਜ਼ਾ ਫੁੱਲ ਸਕਰੀਨ ਤੇ ਦੇਖਣ ਦਾ ਨਾ ਇਹਨਾਂ ਨੂੰ, ਉਹ ਮੋਬਾਈਲ 'ਚ ਦੇਖਣ ਦਾ ਨਹੀਂ ਹੈਗਾ। ਉਹ ਮੋਬਾਈਲ ਦੇ ਵਿੱਚ ਨਹੀਂ ਹੈ। ਪਹਿਲੇ ਤੁਹਾਨੂੰ ਪਤਾ ਪਹਿਲੇ ਜ਼ਮਾਨੇ 'ਚ ਅਸੀਂ ਉਹ VCR ਕਿਰਾਏ ਦੇ ਉੱਤੇ ਲੈ ਕੇ ਆਣੇ, ਪਹਿਲੇ ਵੀਡੀਓ ਕੈਸਟ ਸੀ, ਫਿਰ ਉਸ ਤੋਂ ਬਾਅਦ DVD CVD ਆ ਗਈ ਜਨਾਬ ਇਸ ਪਾਸੇ, ਫਿਰ ਉਹ ਚੱਲ ਗਏ, ਫਿਰ ਉਹ ਕਾਪੀਆਂ 'ਚ DVDR ਆ ਗਿਆ, CDR ਆ ਗਿਆ। ਸਹੀ ਸੀ। ਉਹ ਚੂੰਕਿ ਪਾਕਿਸਤਾਨ 'ਚ ਕਾਨੂੰਨ ਤੇ ਹੈ ਕੋਈ ਨਹੀਂ ਸੀ, ਲੇਕਿਨ ਅਗਰ ਹਾਲੇ ਵੀ ਮੇਰਾ ਮਤਲਬ ਕਾਪੀਰਾਈਟਸ ਪ੍ਰੋਪਰ ਹੋ ਜਾਣ ਜੀ ਤੇ ਲੋਕੀ ਬਿਲਕੁਲ ਪ੍ਰੈਫਰ ਕਰਨਗੇ ਕਿ ਮੇਰਾ ਮਤਲਬ ਦੇਖੋ ਨਾ, ਇੱਕ 70-80 ਰੁਪਏ ਦੀ DVD ਲੈ ਕੇ तो पूरी स्क्रीन ते देखन। सही वो जमाने ਤੁਹਾਨੂੰ ਯਾਦ ਹੋਏਗਾ ਕਿ ਇੰਨਾ ਕੁ ਇਹ ਜਨਾਬ ਕੰਮ ਫੈਲ ਗਿਆ ਸੀ ਕਿ ਗਲੀ ਬੱਲੇ ਸ਼ਹਿਰ ਵੀਡੀਓ ਲਾਇਬ੍ਰੇਰੀਆਂ ਬਣ ਗਈਆਂ, CD ਦੀਆਂ ਛਾਪਾਂ ਬਣ ਗਈਆਂ। ਤੇ ਲੇਕਿਨ ਅੱਜ ਉਹ ਦੌਰ ਕਿਆ ਤੁਹਾਨੂੰ ਯਾਦ ਆਂਦਾ ਹੈ ਵੀ ਉਹ ਦੌਰ? ਬਿਲਕੁਲ ਆਂਦਾ ਜੀ। ਸਾਡੇ ਤਕਰੀਬਨ 370 ਦੇ ਕਰੀਬ ਕਸਟਮਰ ਸਨ ਦੁਕਾਨ ਦਾ। ਅੱਛਾ, ਹਾਂਜੀ, ਜਿਨ੍ਹਾਂ ਨੂੰ ਅਸੀਂ ਇੱਥੋਂ ਮਾਲ ਸਪਲਾਈ ਕਰਦੇ ਸਾਂ। ਮਤਲਬ ਸਿਰਫ ਲਾਹੌਰ ਦੀ ਗੱਲ ਨਹੀਂ, ਪੂਰੇ ਪੰਜਾਬ ਦੇ ਵਿੱਚ 370। ਅੱਗੋਂ ਉਹਨਾਂ ਦੇ ਕਿੰਨੇ ਹੋਣਗੇ ਉਹ ਤੇ ਬਾਅਦ ਦੀ ਗੱਲ ਹੈ। ਮਤਲਬ ਇਹ ਉਹ 370 ਤੁਹਾਡੇ ਮੇਨ ਡੀਲਰ ਜਿਹੜੇ ਅੱਗੇ ਫਿਰ ਸਪਲਾਈ ਕਰਦੇ ਸੀ। ਅੱਛਾ। ਔਰ ਇਹਦੇ ਨਾਲ ਤੇ ਦਾ ਮਤਲਬ ਹੈ ਕਿ ਇਸ ਹਿਸਾਬ ਨਾਲ ਦੇਖਿਆ ਜਾਏ ਕਿ ਲੱਖਾਂ ਲੋਕਾਂ ਦਾ ਰੋਜ਼ਗਾਰ, ਬਿਲਕੁਲ ਲੱਖਾਂ ਲੋਕਾਂ ਦਾ ਰੋਜ਼ਗਾਰ ਇਸ ਕਾਰੋਬਾਰ ਦੇ ਨਾਲ ਜਿਹੜਾ ਹੈ ਨਾ ਜੀ ਮੁੰਚਲੇ ਕੇ, ਤੇ ਜਿਹੜਾ ਉਹ ਵਕਤ ਦੀ ਤੇਜ਼ ਤਰੀਨ ਰਫ਼ਤਾਰ ਦੇ ਨਾਲ ਜਿਹੜਾ ਖਤਮ ਹੋ ਗਿਆ। ਨਵੀਂ ਜਦੀਦ ਟੈਕਨੋਲੋਜੀ ਆ ਗਈ, ਸਾਰਾ ਕੁਝ। ਸਰ ਦੇਖੋ, ਟੈਕਨੋਲੋਜੀ ਦੀ ਤੇ ਆਣਾ ਹੈ, ਲੇਕਿਨ ਮਸਲਾ ਇਹ ਹੁੰਦਾ ਕਿ ਤੁਸੀਂ ਇੰਜੋਏ ਕਿਹਦੇ 'ਚ ਕਰਦੇ ਹੋ। ਸਹੀ ਦੇਖੋ ਨਾ, ਮੋਬਾਈਲ 'ਚ ਤੁਸੀਂ ਕੀ ਦੇਖਦੇ ਹੋ, ਪੂਰੀ ਸਕਰੀਨ ਵੀ ਤੁਹਾਨੂੰ ਨਜ਼ਰ ਨਹੀਂ ਆਉਂਦੀ। ਬਿਲਕੁਲ ਸਹੀ ਜੀ। ਅਸੀਂ ਸਿਨੇਮਾ ਹਾਲ 'ਚ ਕਿਉਂ ਫਿਲਮ ਜਾ ਕੇ ਦੇਖਦੇ ਹਾਂ? ਸਹੀ ਉੱਥੇ ਜਿਹੜਾ ਮਜ਼ਾ, ਉਹਦੀ ਵਜ੍ਹਾ ਹੈ ਕਿ ਉਹ ਮਜ਼ਾ ਹੈ ਉਸੇ। ਕਿਆ ਤੁਸੀਂ ਕੋਈ ਤਜਵੀਜ਼ ਐਸੀ ਤੁਹਾਡੇ ਜ਼ਿਹਨ ਦੇ ਵਿੱਚ ਹੈ ਕਿ ਕਿਸ ਤਰੀਕੇ ਦੇ ਨਾਲ ਜਿਹੜਾ ਹੈ ਨਾ ਇਹ ਕਾਰੋਬਾਰ ਦੁਬਾਰਾ ਸ਼ੁਰੂ ਹੋ ਸਕਦਾ ਹੈ, ਲੋਕਾਂ ਦਾ ਰੋਜ਼ਗਾਰ ਜਿਹੜਾ ਵੱਧ ਸਕਦਾ ਹੈ? ਜਿਵੇਂ ਹੁਣ ਤੁਸੀਂ ਦੇਖਿਆ ਕਿ ਪੰਜਾਬ ਗਵਰਨਮੈਂਟ ਨੇ ਕਿਤਨਾ ਅੱਛਾ ਇਕਦਾਮ ਇਹ ਲਿਆ ਵੇ ਕਿ ਉਹਨਾਂ ਨੇ ਲੋਕਾਂ ਨੂੰ, ਫਿਲਮ ਬਣਾਉਣ ਵਾਲਿਆਂ ਨੂੰ ਅੱਗੇ ਲਿਆਇਆ, ਫਿਲਮ ਇੰਡਸਟਰੀ ਨੂੰ ਸਹਾਰਾ ਦੇਣ ਵਾਸਤੇ ਉਹਨਾਂ ਨੇ ਜਨਾਬ ਇਹਨਾਂ ਨੂੰ ਕਰੋੜਾਂ ਰੁਪਇਆਂ ਦੇ ਫੰਡ ਵਗੈਰਾ ਦਿੱਤੇ ਨੇ। ਤੇ ਕਿਆ ਤੁਸੀਂ ਵੀ ਅਗਰ ਕੋਈ ਇਸ ਹਿਸਾਬ ਦਾ ਗਵਰਨਮੈਂਟ ਦੀ ਜਿਹੜੀ ਹੈ ਨਾ ਤੁਹਾਡੀ ਸਰਪ੍ਰਸਤੀ ਹੋਵੇ ਤੁਹਾਡੇ ਸਿਰ ਦੇ ਉੱਤੇ, ਕਿ ਕਿਆ ਇਸ ਕਾਰੋਬਾਰ ਨੂੰ ਵੀ ਫੈਲਾਇਆ ਜਾ ਸਕਦਾ ਇੱਕ ਵਾਰੀ? ਕਿਆ ਇਹਦਾ ਉਹ ਦੌਰ ਪੁਰਾਣਾ ਫਿਰ ਆ ਸਕਦਾ ਵੇ? ਸ਼ਹਜ਼ਾਦ ਸਾਹਿਬ, ਗੱਲ ਹੈਗੀ ਹੈ ਕਿ ਜਿੰਨੀ ਦੇਰ ਤੱਕ ਕਾਪੀਰਾਈਟਸ ਨਹੀਂ ਨਾ ਹੋਣਗੇ ਜੀ ਉਨੀ ਦੇਰ ਤੱਕ ਨਹੀਂ ਚੱਲ ਸਕਦਾ। ਅੱਛਾ, ਹਾਂ। ਦੇਖੋ ਨਾ, ਪਾਕਿਸਤਾਨੀ ਮੂਵੀਜ਼ ਦੁਬਾਰਾ ਸਟਾਰਟ ਹੋਈਆਂ ਨੇ। ਪਾਕਿਸਤਾਨ 'ਚ ਕਿੰਨੇ ਸਿਨੇਮਾ ਨੇ? ਜੀ 100 ਸਿਨੇਮਾ ਨਹੀਂ ਹੋਣਾ ਪੂਰੇ ਪਾਕਿਸਤਾਨ 'ਚ। ਬਿਲਕੁਲ ਸਹੀ। ਇਸ ਲਈ ਜੋ ਪੈਸੇ ਉਹ ਲਾਣਗੇ ਉਹ ਕਵਰ ਨਹੀਂ ਹੋਣਗੇ। ਹੁਣ ਤੇ ਉਹ ਸਿਨੇਮੇ ਨਹੀਂ ਰਹੇ ਜਨਾਬ, ਸਿਨੇਮੇ ਨਹੀਂ ਹੈਗੇ। ਔਰ ਹੁਣ ਉਹ ਕੀ ਕਰਦੇ ਪਏ ਨੇ ਕਿ ਜਿਹੜੀ ਓਵਰਸੀਜ਼ ਪਾਕਿਸਤਾਨੀ ਹੁਣ ਮੂਵੀ ਬਣ ਰਹੀਆਂ ਨੇ ਨਾ,
ਉਹ ਅਗਰ ਆਪਣਾ ਬਜਟ ਪੂਰਾ ਕਰਦੇ ਨੇ ਨਾ ਤਾਂ ਓਵਰਸੀਜ਼ ਦੀ ਵਜ੍ਹਾ ਨਾਲ। ਅੱਛਾ, ਬਦੇ ਜਿਹੜੀਆਂ ਫਿਲਮਾਂ ਹੁਣ ਵੀ ਹਾਂ, ਬਣ ਰਹੀਆਂ ਉਹ ਨੇ, ਅਮਰੀਕਾ ਆ ਗਈਆਂ, ਦੁਬਈ ਚਲੇ ਗਈਆਂ, ਅੱਜ ਤੇ ਸਾਊਦੀਆ ਅਮਰੀਕਾ ਚਲੇ ਦੇ ਗਈਆਂ। ਵਿੱਚ ਇੰਡੀਆ ਹਾਂਜੀ, ਦੀਆਂ ਵੀ ਫਿਲਮਾਂ ਆ ਆਉਂਦੀਆਂ ਨੇ। ਰਹੀਆਂ ਨੇ। ਇੰਡੀਆ ਤਾਂ ਬਹੁਤ ਵੱਡੀ ਉਹ ਇੰਡੀਆ 'ਚ ਸਭ ਨਾਲ ਮੇਨ ਚੀਜ਼ ਹੈ ਕਿ ਕਾਪੀਰਾਈਟਸ ਨੇ, ਅੱਛਾ, ਉੱਥੇ ਔਰ ਬੜੇ ਸਟ੍ਰਿਕਟ ਕਾਪੀਰਾਈਟ ਨੇ, ਮਤਲਬ ਕਾਫੀ ਕਾਨੂੰਨ ਚ ਸਖਤੀ ਬਹੁਤ ਹੈ। ਜ਼ਿਆਦਾ, ਬਹੁਤ ਜ਼ਿਆਦਾ ਇਸ ਅੱਛਾ ਮਾਮਲੇ 'ਚ। ਅੱਛਾ ਬਹੁਤ ਵੱਡੀ ਇੰਡਸਟਰੀ ਹੈ। ਅੱਛਾ ਅੱਛਾ ਔਰ ਅੱਛਾ ਸਾਡੇ ਦੇਖੋ ਨਾ ਕਿ ਤੁਸੀਂ, ਮੇਰਾ ਮਤਲਬ 2 ਫੈਕਟਰੀਆਂ ਸਨ ਕਰਾਚੀ 'ਚ ਜਿਹੜੀਆਂ ਅੱਛਾ। ਬਣਾਉਂਦੀਆਂ ਸਨ DVD ਤੇ CD। ਮੇਰਾ ਖਿਆਲ ਹੈ ਇੱਕ ਸੋਨੀ ਸੀ ਆਪਣਾ ਹਾਂ ਜਿਹੜਾ ਨਾ, ਤੇ ਇੱਕ ਫਿਲਿਪਸ ਸੀ। ਹਾਂ, ਤੇ ਉਹ ਕੰਪਨੀਆਂ ਸਨ, ਉਹ ਫੈਕਟਰੀਆਂ ਬੰਦ ਹੋ ਗਈਆਂ, ਫੈਕਟਰੀਆਂ ਵੀ ਬੰਦ, ਸੀਡੀਆਂ ਬਣਨੀਆਂ ਬੰਦ ਹੋ ਗਈਆਂ। ਹੋ ਗਈਆਂ। ਲੇਕਿਨ ਦੁਨੀਆ ਦੀ ਹਰ ਜਗ੍ਹਾ ਤੇ CD DVD ਬੰਦ ਹੋ ਗਈ ਹੈ ਜੀ। ਇਹ ਮੈਨੂੰ ਨਹੀਂ ਕਨਫਰਮ ਜੀ, ਮੈਂ ਐਵੇਂ ਤੁਹਾਨੂੰ ਕਹਾਂ ਕਿ ਬਾਹਰ ਤੁਸੀਂ ਅਮਰੀਕਾ 'ਚ ਬੈਠੇ ਹੋ ਤੇ ਤੁਸੀਂ ਦੱਸੋ ਕਿ ਤੁਹਾਨੂੰ ਇੱਥੇ ਕਿਤੇ ਨਜ਼ਰ ਆਉਂਦੀ ਹੈ CD DVD? ਨਹੀਂ, ਇੱਥੇ ਨਜ਼ਰ ਤੇ ਨਹੀਂ ਤੇ ਬਸ ਆਉਂਦੀ। ਹੁਣ ਤੇ ਹਰ ਪਾਸੇ ਲੋਕਾਂ ਨੇ ਐਪਲ ਫੋਨ ਫੜੇ ਹੋਏ ਹਾਂਜੀ, ਨੇ, ਤੇ ਉਹਦੇ ਨਾਲ ਹੀ ਉਹ ਦੇਖੋ ਨਾ, ਤੁਸੀਂ ਆਪਣਾ ਵੀਲੌਗ ਬਣਾਉਂਦੇ ਹੋ, ਤੁਸੀਂ ਵੀ ਚਾਹੁੰਦੇ ਹੋ ਕਿ ਯਾਰ ਮੇਰਾ ਮਤਲਬ ਕੋਈ ਚੀਜ਼ ਸਾਹਮਣੇ ਨਜ਼ਰ ਆਵੇ ਤੇ ਮੈਂ ਬਣਾਵਾਂ। ਮੇਰਾ ਖਿਆਲ ਹੈ ਸਾਡੀ ਜਿਹੜੀ ਨਵੀਂ ਨਸਲ ਹੈ ਇਹਨੂੰ ਤੇ ਇਹ VCR ਦਾ, ਵੀਡੀਓ ਕੈਸਟ ਦਾ ਨਹੀਂ ਪਤਾ, ਜਾਂ ਇਹ ਤੇ ਪਤਾ ਨਹੀਂ ਹੋ ਨਹੀਂ ਪਤਾ, ਸਕਦਾ ਕਿ ਉਸ ਜ਼ਮਾਨੇ ਦੇ ਵਿੱਚ ਨਹੀਂ ਜਿਹੜਾ ਪਤਾ। ਹੈ ਨਾ CD DVD, ਉਦੋਂ ਇਹ ਹੁੰਦਾ ਸੀ, ਤੁਹਾਨੂੰ ਪਤਾ ਹੈ ਕਈ ਲੋਕ ਤੇ ਆਪਣਾ ਜਿਹੜੇ ਬਾਹਰੋਂ ਆਉਂਦੇ ਸੀ ਨਾ, ਉਹ ਇੱਕ ਟੇਪ ਰਿਕਾਰਡ ਤੇ ਇੱਕ VCR ਜ਼ਰੂਰ ਨਾਲ ਲੈ ਕੇ ਆਉਂਦੇ ਹੁੰਦੇ ਸੀ। ਐਗਜ਼ੈਕਟਲੀ। ਤੇ ਫਿਰ ਇਹ ਹੈ ਵੇ ਕਿ ਜਿਨ੍ਹਾਂ ਕੋਲੋਂ ਨਹੀਂ ਸੀ ਗੁੰਜਾਇਸ਼ ਹੁੰਦੀ ਤੇ ਉਹ ਐਸਾ ਕਰਦੇ ਸਨ ਕਿਰਾਏ ਕਿ ਤੇ ਲੈਂਦੇ ਜਿਵੇਂ ਸਨ। ਗਲੀ ਗਲੀ ਮਹੱਲੇ ਹਾਂ, ਕਿਰਾਏ ਤੇ VCR ਮਿਲਦੇ ਕਿਰਾਏ ਸਨ। ਦੇ ਉੱਤੇ ਹਾਂ, ਮਿਲਦੇ ਕਿਰਾਏ ਤੇ ਸਨ। ਮਿਲਦੇ ਸਨ। ਉਹ ਕਿਰਾਏ ਦੇ ਉੱਤੇ ਹਾਂਜੀ। ਫਿਲਮਾਂ ਲਿਆ ਕੇ ਉਹ ਦੇਖਦੇ ਪੂਰੀ ਫੈਮਿਲੀ, ਪੂਰੀ ਫੈਮਿਲੀ। ਤੇ ਉਹ ਇੰਜੋਏ ਕਰਦੇ ਹੁੰਦੇ ਸਨ। ਔਰ ਉਸ ਵਕਤ 'ਚ ਇੱਕ ਫਿਲਮ ਦਾ ਕਿਰਾਇਆ 300 ਰੁਪਏ ਹੁੰਦਾ ਸੀ, VCR ਦਾ। VCR, ਬਿਲਕੁਲ ਸਹੀ ਕਹਿ ਰਹੇ ਜੀ, ਬਿਲਕੁਲ ਇੱਕ ਰਾਤ ਦਾ। ਇੱਕ ਰਾਤ ਦਾ। ਅੱਛਾ, ਉਹ ਘਰ ਵਾਲੇ ਪੂਰੇ ਪੈਸੇ ਜਨਾਬ ਇਕੱਠੇ ਹਾਂ, ਇਕੱਠੇ ਕਰਨੇ ਕਰਕੇ ਤੇ ਤੇ ਫਿਰ ਉਹ ਯਾਰ ਕਰਦੇ। ਯਾਰ ਹਾਂ, ਦੋਸਤਾਂ ਨੇ ਲੈ ਜਾਣਾ। ਵੈਸੇ ਉਹ ਵੀ ਦੌਰ ਅਜੀਬ ਹੀ ਦੌਰ ਸੀ ਜੀ। ਕੀ ਬਾਤ ਸੀ ਜੀ ਉਸ ਨਹੀਂ ਦੌਰ ਜੀ, ਦੇ। ਕਿ ਦੇਖੋ ਨਾ, ਲੋਕੀ ਨਵੀਂ ਨਸਲ ਨੂੰ ਤਾਂ ਪਤਾ ਹੀ ਨਹੀਂ। ਨਵੀਂ ਨਸਲ ਨੂੰ ਤੇ ਜਨਾਬ ਹੈ ਜਦੀਦ ਤਰੀਨ ਇੰਟਰਨੈਟ, ਤੇਜ਼ ਰਫ਼ਤਾਰ ਟੈਕਨੋਲੋਜੀ, ਦੇਖੋ ਨਾ, ਉਹ ਐਸੇ ਦੇ ਵਿੱਚ ਹੀ ਗੁੰਮ ਨੇ ਜਨਾਬ। ਤੁਸੀਂ ਹੁਣ ਵੀ ਸਿਨੇਮਾ ਹਾਲ ਚਲੇ ਜਾਓ ਨਾ ਤੇ ਤੁਹਾਨੂੰ ਯੰਗਸਟਰ ਨਜ਼ਰ ਨਹੀਂ ਆਉਂਦੇ। ਅੱਛਾ, ਜਿਹੜੇ ਸਿਨੇਮਾ ਹਾਲ ਇਸ ਵੇਲੇ ਘੱਟ ਹੋਏ, ਪਹਿਲੇ ਕਿੰਨੇ ਸਨ ਸਿਨੇਮੇ ਤੇ ਹੁਣ ਕਿੰਨੇ ਹਨ? ਖਾਲੀ ਲਾਹੌਰ 'ਚ 78 ਸਿਨੇਮਾ ਹਾਲ ਸਨ, 78 ਸਿਰਫ ਲਾਹੌਰ ਉਸ ਦੇ ਅੰਦਰ। ਜ਼ਮਾਨੇ 'ਚ ਹੁੰਦਾ ਸੀ। ਹਾਂਜੀ, ਸਿਰਫ ਲਾਹੌਰ ਦੇ ਅੰਦਰ। ਤੂੰ ਹੁਣ ਕਿੰਨੇ ਨੇ? ਹੁਣ ਤੇ ਇਹ ਛੋਟੇ ਬਣੇ ਨੇ ਉਹ ਪਲਾਜ਼ਿਆਂ 'ਚ। ਅੱਛਾ, ਬਤੂ ਉਹ ਵੱਡੇ ਜਿਹੜੇ ਸਿਨੇਮੇ ਹੁੰਦੇ ਸੀ ਉਹ ਤੇ 4-5 ਰਹਿ ਗਏ ਨੇ ਬਸ। 4-5 ਕਿੱਥੇ, 78 ਸਿਰਫ ਲਾਹੌਰ ਸ਼ਹਿਰ ਦੇ ਸਿਰਫ ਵਿੱਚ। ਲਾਹੌਰ ਸ਼ਹਿਰ 'ਚ। ਵਾਹ, ਅੱਛਾ ਅੱਛਾ ਅੱਛਾ। ਤੂੰ ਫਿਲਮਾਂ ਹੀ ਨਹੀਂ ਬਣਦੀਆਂ ਤੇ ਫਿਰ ਜਿਹੜੀਆਂ ਇਹ ਫਿਲਮਾਂ ਹੁਣ ਬਣਦੀਆਂ, ਤੁਸੀਂ ਗੱਲ ਨਹੀਂ ਸਮਝਦੇ। ਫਿਲਮਾਂ ਤੇ ਤਦ ਬਣਨਗੀਆਂ ਜਾਂ ਚੱਲਣਗੀਆਂ ਜਦੋਂ ਸਿਨੇਮਾ ਹਾਲਸ ਹੋਣਗੇ। ਕਿੱਥੇ ਲਗਾਣ? ਸਹੀ। ਤੂੰ ਉਹਨਾਂ ਕੋਲ ਹੋਈ ਜਿਵੇਂ ਦੇਖੋ ਨਾ, ਉਹ 3 ਕਰੋੜ ਰੁਪਏ ਅਗਰ ਉਹ ਦੇ ਰਹੇ ਨੇ ਲੋਕਾਂ ਨੂੰ ਫਿਲਮ ਬਣਾਉਣ ਲਈ, ਤੇ ਸਭ ਤੋਂ ਪਹਿਲੇ ਮੇਨ ਚੀਜ਼ ਰੱਖਣ ਕਿ ਸਿਨੇਮਾ ਹਾਲਸ ਬਣਾਉਣ, ਸਿਨੇਮਾ ਹਾਲ ਬਣਾਉਣ, ਇਹ ਫਿਰ ਚੱਲੇਗਾ। ਨਹੀਂ ਉਨੀ ਦੇਰ ਤੱਕ ਚਲੋ ਇਹ ਹੈ ਵੇ ਕਿ ਫਿਲਮਾਂ ਬਣਾ ਕੇ ਬਾਹਰੋਂ ਆ ਜਾਣਗੀਆਂ ਇੱਥੇ ਓਵਰਸੀਜ਼ ਦੇ ਵਿੱਚ, ਤੇ ਜਿਸ ਵੇਲੇ ਇਹ ਕੰਮ ਚੱਲ ਗਿਆ ਫਿਰ ਲਾਜ਼ਮੀ ਗੱਲ ਹੈ ਸਰ ਉਹਦੀ ਵਜ੍ਹਾ ਪਤਾ ਕੀ ਹੈ? ਦੇਖੋ ਨਾ, ਉੱਥੇ ਅਗਰ ਪੂਰਾ ਸਰਕਲ ਹੋਏਗਾ ਨਾ ਪੂਰਾ, ਜੀ ਜੀ, ਤੇ ਫਿਰ ਕਮਜ਼ੋਰ ਫਿਲਮ ਵੀ ਉੱਥੇ ਪੈਸੇ ਪੂਰੇ ਕਰ ਜਾਏਗੀ ਅਗਰ ਸਿਨੇਮਾਜ਼ ਹੋਣਗੇ। ਅੱਛਾ ਅੱਛਾ। ਹੁਣ ਓਵਰਸੀਜ਼ ਕੋਈ ਬਹੁਤ ਅੱਛੀ ਮੂਵੀ ਹੋਏਗੀ ਤੇ ਫਿਰ ਉਹਦਾ ਰਿਸਪਾਂਸ ਆਏਗਾ। ਹੁਣ ਅਮਰੀਕਾ 'ਚ ਫਰਜ਼ ਕਰੋ ਕੋਈ ਅੱਛੀ ਫਿਲਮ ਲੱਗੀ ਹੈ ਜੀ, ਉਹ ਇੱਕ ਹਫ਼ਤਾ ਚੱਲ ਜਾਏਗੀ, ਸਹੀ। ਕੈਨੇਡਾ 'ਚ ਚੱਲ ਜਾਏਗੀ। ਲੇਕਿਨ ਇੰਡੀਆ ਦੀਆਂ ਆਉਂਦੀਆਂ ਨੇ ਉਹ ਤੇ ਬੜਾ ਸਰ ਰਸ਼ ਇੰਡੀਆ ਲੈਂਦੀਆਂ ਨੇ। ਬਹੁਤ, ਤੁਸੀਂ ਗੱਲ ਨਹੀਂ ਸਮਝਦੇ, ਇੰਡੀਆ ਬਹੁਤ ਵੱਡੀ ਮਾਰਕੀਟ ਹੈ। ਅੱਛਾ, ਠੀਕ। ਉਹ ਅਰਬਾਂ 'ਚ ਫਿਲਮ ਬਣਦੀ ਹੈ। ਤੇ ਪਾਕਿਸਤਾਨ ਦੀ ਕਿੰਨੇ ਦੀ ਬਣਦੀ ਹੈ? 3 ਕਰੋੜ ਰੁਪਇਆ ਦਿੱਤਾ ਉਹਨਾਂ ਨੇ ਕਿ ਫਿਲਮ ਬਣਾ ਲਓ ਜੀ। ਤੋ 3 ਕਰੋੜ ਦੀ ਫਿਲਮ ਬਣ ਜਾਏਗੀ ਬਣ ਅੱਜ ਦੇ ਜਾਏਗੀ। ਦੌਰ 'ਚ ਉਹ ਪਾਕਿਸਤਾਨ? ਜਿਸ ਤਰ੍ਹਾਂ ਦੀ ਬਣੇਗੀ ਫਿਰ ਤੁਸੀਂ ਆਪ ਸਮਝਦਾਰ ਹੋ। ਸਹੀ ਸਹੀ। ਦੇਖੋ ਨਾ, ਅਗਰ ਲੇਕਿਨ ਪਾਕਿਸਤਾਨੀਆਂ ਨੂੰ ਇੰਨੀ ਕੁਝ ਹੈ ਨਹੀਂ, ਦੇਖੋ ਨਾ ਟੀਵੀ ਸੀਰੀਅਲ ਜੁਗਾੜ ਕਰ ਲੈਂਦੇ ਹੁੰਦੇ। ਮੇਰੀ ਗੱਲ ਸੁਣੋ, ਅਗਰ ਟੀਵੀ ਸੀਰੀਅਲ 8-10 ਕਰੋੜ ਦਾ ਬਣਦਾ ਜੀ, ਅੱਛਾ ਇਸ ਵੇਲੇ ਐਸੇ ਲੈ ਟੀਵੀ ਸੀਰੀਅਲ ਦਾ ਮਤਲਬ ਹੈ ਕਿ ਕਿਤਨੀਆਂ ਕਿਸ਼ਤਾਂ ਹੁੰਦੀਆਂ ਉਹਦੇ 'ਚ? 16 ਹੁੰਦੀਆਂ ਨੇ, 16 ਕੋਈ ਕਿਸ਼ਤਾਂ, 13 ਦਾ, ਕੋਈ 16 ਦਾ। 8-10 ਕਰੋੜ 'ਚ ਬਣ ਰਿਹਾ ਹਾਂਜੀ, ਅੱਜ ਕੱਲ। ਬਣ ਰਿਹਾ। ਤੇ ਕਿਆ ਉਹ ਫਿਰ ਰਿਕਵਰੀ ਹੋ ਜਾਂਦੀ ਹੈ? ਉਹ ਚੈਨਲਸ ਨੇ ਨਾ, ਅੱਛਾ 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 ਉਹ ਤੇ ਘਰ ਘਰ ਦੇਖਿਆ ਜਾਂਦਾ। ਅੱਛਾ 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 ਅੱਛਾ। ਉੱਥੇ ਤੇ ਐਡਸ ਇਹਨੇ ਮਿਲ ਜਾਂਦੇ ਨੇ, ਕੋਈ ਕਵਰ ਹੋ ਜਾਂਦਾ। ਚਲੋ ਜੀ, ਅੱਜ ਦੀ ਗੁਫ਼ਤਗੂ ਬੜੀ ਅੱਛੀ ਰਹੀ ਹੈ। ਅੱਜ ਤੁਸੀਂ ਸਾਨੂੰ 35-36 ਸਾਲ ਪੁਰਾਣੀਆਂ ਯਾਦਾਂ ਜਿਹੜੀਆਂ ਨੇ ਸਾਨੂੰ ਵੀ ਆ ਗਏ, ਸਾਨੂੰ ਵੀ ਆ ਗਈ ਤੇ ਮਜ਼ਾ ਆ ਗਿਆ। ਔਰ ਅਸੀਂ ਵੀ ਉਸ ਵੇਲੇ ਇਹ ਜਿਹੜਾ ਇਹਨਾਂ ਦੀ ਦੁਕਾਨਾਂ ਦੇ ਉੱਤੋਂ VCR ਵਗੈਰਾ ਲਿਆ ਲੂ ਕੇ, ਇਬਤਦਾ ਦੇ VCR ਤੋਂ ਹੀ ਹੋਈ ਹੈ ਨਾ।
ਸਰ VCR ਆਂਦਾ ਸੀ, 3 ਕੇਸਟਾਂ ਪੈਂਦੀਆਂ ਸਨ ਉਹਦੇ ਚ, VHS ਇੱਕ ਫਿਲਮ ਦੀ। ਇੱਕ ਫਿਲਮ ਦੀਆਂ। ਵਾਹ, ਅੱਛਾ, ਜਦੋਂ ਹਾਂ, ਸਟਾਰਟ ਯਾਦ ਹੋਇਆ, ਹੈ, ਜਦੋਂ ਇਹ ਸਟਾਰਟ ਹੋਇਆ, ਜੀ ਜੀ ਫਿਰ ਉਸ ਤੋਂ ਬਾਅਦ ਨਵੇਂ ਆਏ VCR, ਜੀ, ਤੇ ਉਹਨਾਂ ਦੀ ਕੇਸਟ ਪੈਂਦੀ ਸੀ ਮੇਰੀ VHS। ਕੇਸਟ। ਫਿਰ CD ਆਈ, ਤੇ CD ਮੇਰਾ ਖਿਆਲ ਹੈ ਇੱਕੋ CD ਦੇ ਵਿੱਚ ਇੱਕੋ CD ਤੇ 2-2.5 ਘੰਟੇ ਹਾਂ, ਦੀ ਫਿਲਮ ਕਵਰ ਹੋ ਹਾਂ ਜਾਂਦੀ ਕਵਰ ਸੀ। ਹੋ ਜਾਂਦੀ ਸੀ। ਐਸੇ ਅੱਛਾ, ਤਰ੍ਹਾਂ CD ਤੇ DVD ਦੇ ਵਿੱਚ ਫਰਕ ਕੀ ਹੈ? ਪ੍ਰਿੰਟ ਦਾ ਫਰਕ ਹੁੰਦਾ ਸੀ। ਅੱਛਾ, DVD ਬਹੁਤ ਕਲੀਅਰ ਸੀ, CD ਉਸ ਤਰ੍ਹਾਂ ਕਲੀਅਰ ਨਹੀਂ ਸੀ। ਉਸ ਤਰ੍ਹਾਂ ਕਲੀਅਰ ਹਾਂ। ਨਹੀਂ ਸੀ। ਠੀਕ ਠੀਕ ਠੀਕ। ਫਿਰ ਇਹ ਲੋਕ ਸ਼ਾਦੀਆਂ ਦੇ ਉੱਤੇ ਵੀ ਇਹ ਬਣਵਾਉਣ ਲੱਗ ਗਏ, ਸੇਵ ਕਰਾਉਣ ਲੱਗ ਬੇਸ਼ੁਮਾਰ ਜੀ, ਗਏ। ਬੇਸ਼ੁਮਾਰ ਹੋਇਆ। ਬੜੀ ਬਾਤ ਹੈ ਜੀ, ਬੜੀ ਬਾਤ ਹੈ। ਉਹ ਤੇ ਜਨਾਬ ਬੜਾ ਹੀ ਅੱਛਾ ਦੌਰ ਸੀ। ਬਹੁਤ ਤੇ ਅੱਛਾ ਤੁਸੀਂ ਹਾਲ ਰੋਡ ਦੀਆਂ ਰੌਣਕਾਂ ਓਹੋ ਜ਼ਿਆਦਾ ਤੇ ਇਹ ਹੀ ਹੁੰਦੀਆਂ ਤੁਸੀਂ ਸਨ ਸੋਚ ਉੱਥੇ। ਨਹੀਂ ਸਕਦੇ ਕਿ ਫਿਲਮਾਂ ਹਰ ਦੇ ਹਫਤੇ ਇੰਡੀਅਨ ਹਰ ਮੂਵੀ, ਪਾਸੇ ਵੀਡੀਓ ਹਰ ਆਈ, ਤੇ ਤੁਹਾਡੀ ਟਾਈਮ Time CD CD, ਤੇ ਟਾਈਮ Time ਕਲਾਸਿਕ, Gold, Time ਟਾਈਮ Classic। ਗੋਲਡ, ਜ਼ਿਆਦਾ ਤੇ ਤੁਹਾਡਾ ਹੀ ਨਾਂ ਸੀ। ਜਿਹੜੀ ਫਿਲਮ ਜਿਹੜੀ ਹੈ ਉਹ ਲੈਣੇ ਸਾਂ ਉਸ ਵੇਲੇ, ਤੇ ਉਸ ਵੇਲੇ ਇਹ ਵੀਡੀਓ ਰਿਲੀਜ਼ ਹਾਂ। ਵੀਡੀਓ ਆਈ, Video। ਤੇ ਰਿਲੀਜ਼ ਟਾਈਮ CD, Time ਇਹ ਹੀ ਹੁੰਦੀ ਸੀ ਇਹੋ- ਸਾਰਾ ਇਹੋ ਹੀ ਕੁਛ। ਹੁੰਦਾ। ਬੜੀ ਖੁਸ਼ੀ ਹੋਈ ਹੈ ਜਨਾਬ, ਅੱਜ ਤੁਸੀਂ ਸਾਨੂੰ ਬੜੀਆਂ ਪੁਰਾਣੀਆਂ ਯਾਦਾਂ ਕਰਾ ਦਿੱਤੀਆਂ। ਸਾਡਾ ਤੇ ਉਹ ਬਚਪਨ ਹੀ ਸੀ, ਹਾਂ ਤੇ ਲੜਕਪਨ ਕਹਿ ਲੋ, ਆਹ ਬਚਪਨ ਸਹੀ ਕਹਿ ਹੈ। ਲੋ। ਹਾਂ ਤੇ ਉਸ ਜ਼ਮਾਨੇ ਦੇ ਵਿੱਚ ਸਾਨੂੰ ਜਿਹੜਾ ਹੈ ਨਾ ਜੀ, ਬੜਾ ਮਤਲਬ ਇੰਜੋਏ ਕੀਤਾ Enjoy ਸੀ। ਅਸੀਂ ਵੀ ਉਹ ਦੇਖੇ, VCR ਵੀ, CD DVD DVD ਸਾਰੇ ਇਹ ਮਾਮਲਾਤ ਜਿਹੜੇ ਨਾ ਜੀ ਅਸੀਂ ਦੇਖਦੇ ਰਹੇ ਹਾਂ। ਹਾਂ ਤੇ ਅੱਜ ਉਹ ਸਾਨੂੰ ਯਕੀਨ ਕਰੋ ਯਾਦ ਆ ਗਿਆ, ਤੇ ਦੁੱਖ ਵੀ ਹੁੰਦਾ ਵੇ ਕਿ ਯਾਰ ਉਹਦਾ ਇੱਕ ਨਾ ਅਲੱਗਾ ਹੀ ਮਜ਼ਾ ਸੀ, ਉਹਦਾ ਇੱਕ ਅਲੱਗਾ ਹੀ ਕਲਚਰ ਅਲੱਗ ਸੀ। ਕਲਚਰ। ਠੀਕ ਹੈ ਜਨਾਬ, ਬੜੀ ਮਿਹਰਬਾਨੀ ਜਨਾਬ, ਬਹੁਤ ਬਹੁਤ ਸ਼ੁਕਰੀਆ। ਤੁਹਾਡਾ ਸ਼ੁਕਰੀਆ ਜਨਾਬ, ਬਹੁਤ ਸ਼ੁਕਰੀਆ ਜੀ, ਇਨਸ਼ਾਅੱਲਾ ਤੁਹਾਡੀ ਮਹਿਮਾਨ ਨਵਾਜ਼ੀ ਦਾ ਬਹੁਤ ਸ਼ੁਕਰੀਆ। ਬੜੀ ਮਿਹਰਬਾਨੀ ਜੀ, ਬਹੁਤ ਸ਼ੁਕਰੀਆ। अस्सलाम वालेकुम।